ਨਵਰਾਜ ਸਿੰਘ ਹੋਣਾ ਨੇ ਜਿਹੜਾ ਕਾਨੂੰਨੀ ਨੁਕਤਾ ਸੀ ਉਹ ਸਾਰਿਆਂ ਦੇ ਸਾਹਮਣੇ ਰੱਖ ਹੀ ਦਿੱਤਾ। ਹਾਂਜੀ, ਕਿਉਂਕਿ ਬੜੇ ਚਿਰ ਦੇ ਪਿੱਛੇ ਪਏ ਹੋਏ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਕੋਈ ਖੁਸ਼ੀ ਮਿਲੇ, ਕਿਸੇ ਪਾਸਿਓਂ ਕੋਈ ਰਾਹਤ ਮਿਲੇ। ਹਾਂਜੀ, ਅਸਲ 'ਚ ਜੇ ਥੋੜਾ ਜਿਹਾ ਪਿਛਾਂਹ ਵੇਖਿਆ ਜਾਵੇ ਜਾ ਕੇ ਤਾਂ ਆਪ ਹੀ ਇਹਨਾਂ ਨੇ ਇਹ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਤੇ ਜਿਹੜੇ ਚੁੰਝ ਗਿਆਨੀ ਆ, ਜਦੋਂ ਕਲਾਸਾਂ ਆਪਣੇ ਪਿੰਡਾਂ ਦੇ ਵਿੱਚ ਲੱਗਦੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਪ੍ਰਚਾਰਕ ਬੈਠਦੇ ਸੀ। ਬਿਲਕੁਲ ਜੀ। ਫਿਰ ਉਦੋਂ ਤਾਂ ਇਹਨਾਂ ਨੇ ਬਹੁਤਾ ਕੋਈ ਖਤਰਾ ਨਹੀਂ ਸਮਝਿਆ ਆਪਣੇ ਆਪ ਲਈ। ਹਾਂਜੀ, ਫਿਰ ਇਹਨਾਂ ਨੇ ਕੀ ਕੀਤਾ ਕਿ ਵਿਰੋਧ ਕਰਨਾ ਸ਼ੁਰੂ ਕੀਤਾ, ਅੱਗੇ ਬਹਿ ਕੇ ਹੁੱਲੜਬਾਜ਼ੀ ਸ਼ੁਰੂ ਕੀਤੀ ਤੇ ਲੋਕਾਂ ਨੇ ਉੱਥੋਂ ਫੜ ਕੇ ਵੀ ਬਾਹਰ ਕੱਢਿਆ ਇਹਨਾਂ ਨੂੰ। ਹਾਂਜੀ, ਫਿਰ ਇਹਨਾਂ ਦਾ ਜਿਹੜਾ ਹਥਿਆਰ ਸੀਗਾ ਕਿ ਕਿਸੇ ਦੇ ਗਲ ਪੈਣਾ। ਹਾਂਜੀ, ਫਿਰ ਇਹਨਾਂ ਨੇ ਜਦੋਂ ਉਹਦੀ ਵਰਤੋਂ ਕੀਤੀ ਤੇ ਜਿਹੜੇ ਸੱਚ ਨੂੰ ਸੁਣਨ ਵਾਲੇ ਸੀ ਤੇ ਉਹਨਾਂ ਨੇ ਵੀ ਅੱਗੋਂ ਘਸੁੰਨ ਮੁੱਕੀ ਚਲਾਈ ਇਹਨਾਂ ਵੱਲ। ਬਿਲਕੁਲ ਠੀਕ ਆ। ਤੇ ਫਿਰ ਇਹ ਡਰ ਕੇ ਤੇ ਹੁਣ ਕਾਨੂੰਨ ਵਾਲੇ ਪਾਸੇ ਨੂੰ ਦੌੜੇ। ਹਾਂਜੀ, ਤੇ ਇਹ ਕੇਵਲ ਇੱਥੇ ਨਹੀਂ ਆ, ਇਹ ਵਿਦੇਸ਼ਾਂ ਵਿੱਚ ਵੀ ਇਹ ਸਾਰਾ ਕੁਝ ਕਰਕੇ ਵੇਖ ਹਟਿਆ। ਸਾਰੇ ਜਿੰਨੇ ਹੱਥ ਕੰਡੇ ਸੀ ਇਹਨਾਂ ਦੇ ਅਪਣਾ ਚੁੱਕੇ ਆ। ਬਿਲਕੁਲ। ਤੇ ਹੁਣ ਜਿਹੜਾ ਇਹ ਰਾਹ ਵਿਖਾ ਰਹੇ ਆ ਵੀ ਕੁੱਟਮਾਰ ਤੋਂ ਗਲ ਪੈਣ ਤੋਂ ਬਾਅਦ, ਹਾਂਜੀ, ਵੀ ਥਾਣਿਆਂ ਕਚਹਿਰੀਆਂ ਵਾਲਾ, ਹਾਂਜੀ, ਇਹ ਤਾਂ ਆਪਣੇ ਵੱਲੋਂ ਹੀ ਢਿੱਲ ਸੀ, ਇਹਨਾਂ ਵੱਲੋਂ ਤੇ ਕੋਈ ਨਹੀਂ ਆ। ਹਾਂਜੀ, ਤੇ ਇਹ ਕੁੱਟਮਾਰ ਵਾਲੀ ਗੱਲ ਜਿਹੜੀ ਆ, ਮੈਂ ਇੱਕ ਸਿਰਫ ਉਦਾਹਰਨ ਦੇ ਕੇ ਤੇ ਇੱਥੇ ਸਮਾਪਤੀ ਕਰ ਦੇਣੀ ਆ ਆਪਣੀ ਗੱਲ ਦੀ। ਹਾਂਜੀ, ਕਿ ਲਗਭਗ 5 ਸਾਲ ਪਹਿਲਾਂ ਇਹੋ ਹੀ ਜਿਹੜਾ ਗੁਰਪਾਲ ਸਿੰਘ ਹੰਸਰਾ ਅਮਰੀਕਾ ਵਾਲਾ, ਹਾਂਜੀ, ਇਹਨੇ ਹੀ ਕੁਛ ਲੋਕਾਂ ਨੂੰ ਚੁੱਕਣਾ ਦੇ ਕੇ ਜਾਂ ਪਿੱਛੋਂ ਫੰਡਿੰਗ ਕਰਕੇ ਤੇ ਇਹਨੇ ਤੁਹਾਡੇ ਦੀਵਾਨ ਰੋਕਣ ਵਾਸਤੇ ਪੂਰੀ ਇੱਕ ਵਾਰੀ ਜ਼ੋਰ ਲਾ ਕੇ ਦੇਖ ਲਾਇਆ। ਬਿਲਕੁਲ ਠੀਕ। ਤੇ ਉਹਦੇ ਵਿੱਚ ਇੱਕੋ ਉਦਾਹਰਨ ਆ ਕਿ 2015 ਦੇ ਵਿੱਚ ਜੁਲਾਈ 30-31 ਨੂੰ ਜ਼ਿਲ੍ਹਾ ਮੋਹਾਲੀ ਦੇ ਵਿੱਚ ਇੱਕ ਪਿੰਡ ਪੈਂਦਾ ਸਿੰਬਲ ਮਾਜਰਾ। ਹਾਂਜੀ, ਤੇ ਉੱਥੇ ਇਹ 2 ਦਿਨ ਦਾ ਗੁਰਮਤਿ ਸਮਾਗਮ ਸੀ। ਹਾਂਜੀ, ਤੇ ਉਹ ਪਿੰਡ ਵਾਲੇ ਨੌਜਵਾਨ ਜਿਹੜੇ ਉਹੋ ਹੀ ਦੱਸਦੇ ਆ ਕਿ ਸਾਡੇ ਪਿੰਡ ਦੇ ਵਿੱਚ ਕਦੇ ਗੁਰਮਤਿ ਸਮਾਗਮ ਅੱਜ ਤੱਕ ਹੋਇਆ ਹੀ ਨਹੀਂ ਉਹਨਾਂ ਦੀ ਹੋਸ਼ ਦੇ ਵਿੱਚ। ਬਿਲਕੁਲ ਠੀਕ ਆ। ਤੇ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੂੰ ਸਮਰਪਿਤ ਇਹ 2 ਦਿਨ ਦਾ ਜਿਹੜਾ ਸਮਾਗਮ ਰੱਖਿਆ। ਤੇ 30 ਤਰੀਕ ਨੂੰ ਮੇਰਾ ਖਿਆਲ ਹੈ ਕਿ ਉਹਦੇ ਵਿੱਚ ਬਹਾਦਰ ਸਿੰਘ ਢਪਾਲੀ ਤੇ ਹਰਜੀਤ ਸਿੰਘ ਉਹਨਾਂ ਨੇ ਵਿਚਾਰਾਂ ਕੀਤੀਆਂ। ਹਾਂਜੀ, ਤੇ 31 ਜੁਲਾਈ ਨੂੰ ਫਿਰ ਤੁਹਾਡਾ ਟਾਈਮ ਸੀ ਉੱਥੇ। ਹਾਂਜੀ, ਤੇ ਤੁਸੀਂ ਅਜੇ ਵਿਚਾਰਾਂ ਕਰ ਰਹੇ ਸੀ ਤੇ ਉਧਰੋਂ ਇਹ ਵੀ 10-12 ਬੰਦੇ ਇਹਨਾਂ ਦੇ ਜਿਹੜੇ ਕਿ ਧਾਰਮਿਕ ਬਾਣੇ ਦੇ ਵਿੱਚ ਕਿਸੇ ਨੇ ਚੋਲਾ ਪਾਇਆ ਹੋਇਆ, ਕਿਸੇ ਨੇ ਨਿਹੰਗ ਬਾਣਾ ਪਾਇਆ ਹੋਇਆ, ਹੱਥਾਂ ਦੇ ਵਿੱਚ ਕਿਰਪਾਨਾਂ, ਬਰਸ਼ੇ ਤੇ ਪਿੱਠਾਂ ਦੇ ਉੱਤੇ ਢਾਲਾਂ ਬੰਨੀਆਂ ਹੋਈਆਂ ਵੀ ਜਿਵੇਂ ਕੋਈ ਜੰਗ ਜਿੱਤਣ ਵਾਸਤੇ ਇੱਥੇ ਆਏ ਹੁੰਦੇ ਆ। ਹਾਂਜੀ, ਜੇ ਉਸ ਗੱਲ ਨੂੰ ਪਹਿਲਾਂ ਦੇਖਿਆ ਜਾਵੇ ਵੀ ਇਹ ਇਹਨਾਂ ਦਾ ਅਖੀਰਲਾ ਹਥਿਆਰ ਸੀ। ਬਿਲਕੁਲ। ਕਿਉਂਕਿ ਇਹਦੇ ਤੋਂ ਪਹਿਲਾਂ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਿੰਬਲ ਮਾਜਰੇ ਇਹ ਗੁਰਮਤਿ ਸਮਾਗਮ ਭਾਈ ਸਰਬਜੀਤ ਸਿੰਘ ਦਾ ਹੋ ਰਿਹਾ, ਤਾਂ ਇਹਨਾਂ ਨੇ ਉਹ ਜਿਹੜੀਆਂ ਪਹਿਲਾਂ ਕੋਝੀਆਂ ਚਾਲਾਂ ਕਿ ਉਹਨਾਂ ਨੌਜਵਾਨਾਂ ਨੂੰ, ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਤੇ ਪੰਚਾਇਤ ਨੂੰ ਪਤਾ ਨਹੀਂ ਕਿੰਨਾ ਕੁ ਫੋਨ ਕਰ ਕਰਕੇ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ, ਡਰਾਵੇ ਦਿੱਤੇ ਕਿ ਜੇ ਉਹ ਇੱਥੇ ਪ੍ਰੋਗਰਾਮ ਤੇ ਆਇਆ ਤੇ ਅਸੀਂ ਇੱਥੇ ਪਤਾ ਨਹੀਂ ਕੀ ਕਰ ਦੇਣਾ। ਹਾਂਜੀ, ਫਿਰ ਇਹ ਪੁਲਿਸ ਤੱਕ ਵੀ ਗਏ। ਹਾਂਜੀ, ਤੇ ਜਦੋਂ ਪੁਲਿਸ ਨੇ ਪਿੰਡ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਮਸਾਂ ਦਾ ਸਾਡੇ ਪਿੰਡ ਗੁਰਮਤਿ ਸਮਾਗਮ ਹੋਣ ਲੱਗਾ ਤੇ ਇਹਨਾਂ ਦਾ ਵਿੱਚ ਦਖਲ ਕਿੱਧਰੋਂ ਆ ਗਿਆ। ਬਿਲਕੁਲ ਸਹੀ ਗੱਲ। ਤੇ ਜਦੋਂ ਉਹਨਾਂ ਨੇ ਪੁੱਛ ਪੜਤਾਲ ਕੀਤੀ ਵੀ ਤੁਸੀਂ ਕਿੱਥੋਂ, ਤੇ ਕਹਿੰਦੇ ਜੀ ਅਸੀਂ ਜਗਰਾਉਂ ਲਾਗੋਂ ਆ। ਕਿੱਥੇ ਜਗਰਾਉਂ ਤੇ ਕਿੱਥੇ ਮੋਹਾਲੀ ਆ। ਹਾਂਜੀ, ਤੇ ਇਹ ਚਲੋ ਖੈਰ ਉਹ ਬੰਦੇ ਡਰੇ ਨਹੀਂ, ਕਿਉਂਕਿ ਸਾਡੇ ਕੋਲ ਬਥੇਰਾ ਇਹਨਾਂ ਦਾ ਜਿਹੜਾ ਰਿਕਾਰਡ ਆ ਉਹ ਅਜੇ ਵੀ ਮੌਜੂਦ ਆ, ਜੋ ਉਹਨਾਂ ਨੌਜਵਾਨਾਂ ਨੂੰ ਜਾਂ ਗੁਰਦੁਆਰੇ ਦੀ ਕਮੇਟੀ ਨੂੰ ਧਮਕੀਆਂ ਦਿੱਤੀਆਂ ਔਰ ਗੰਦੀ ਸ਼ਬਦਾਵਲੀ ਤੇ ਡਰਾਵੇ ਜਿਹੜੇ ਦਿੱਤੇ, ਉਹ ਰਿਕਾਰਡਿੰਗ ਆਪਣੇ ਤੱਕ ਪਹੁੰਚਦੀ ਰਹੀ ਨਾਲ ਦੀ ਨਾਲ ਹੀ। ਹਾਂਜੀ, ਤੇ ਆਪਾਂ ਤੇ ਇਹੋ ਹੀ ਉਹਨਾਂ ਨੌਜਵਾਨਾਂ ਨੂੰ ਸਾਰਿਆਂ ਨੇ ਕਿਹਾ ਸੀਗਾ ਵੀ ਜੇ ਪੰਚਾਇਤ ਕਾਇਮ ਆ ਤੇ ਅਸੀਂ ਆਪਣਾ ਪ੍ਰਬੰਧ ਕਰਕੇ ਆਵਾਂਗੇ, ਬਾਕੀ ਤੁਸੀਂ ਜਿਹੜੇ ਉਹ ਸੁਚੇਤ ਰਹੋ। ਹਾਂਜੀ, ਤੇ ਉਹ ਗੱਲ ਹੋਈ। ਤੇ ਇਹ ਅਖੀਰਲਾ ਜਿਹੜਾ ਹਥਿਆਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਪ੍ਰੋਗਰਾਮ ਰੁਕਣਾ ਨਹੀਂ, ਤੇ ਇਹ ਫਿਰ 10-12 ਬੰਦੇ ਇਸ ਤਰ੍ਹਾਂ ਇਕੱਠੇ ਹੋ ਕੇ ਤੇ ਉੱਥੇ ਚੱਲਦੇ ਦੀਵਾਨ 'ਚ ਚਲੇ ਗਏ। ਉਦੋਂ ਲਗਭਗ ਕਥਾ ਦੀ ਸਮਾਪਤੀ ਸੀ ਤੇ ਤੁਸੀਂ ਆਨੰਦ ਸਾਹਿਬ ਪੜ੍ਹ ਰਹੇ ਸੀ ਜਦੋਂ ਇਹ ਬੰਦੇ ਆਣ ਕੇ ਤੇ ਬੈਠ ਗਏ। ਸਾਰਿਆਂ ਦਾ ਧਿਆਨ ਹੀ ਇਸ ਪਾਸੇ ਹੋ ਗਿਆ ਵੀ
ਸਾਰਾ ਸਮਾਗਮ ਖਤਮ ਹੋ ਗਿਆ ਤੇ ਇਹ ਬੰਦੇ ਜਿਹੜੇ ਆ ਵੱਖਰੇ ਹੀ ਨਜ਼ਰ ਆ ਰਹੇ ਆ ਵੀ ਇਹ ਕਿਹੜੇ ਕੰਮ ਆਏ ਆ। ਬਿਲਕੁਲ ਸਹੀ ਗੱਲ ਆ। ਚਲੋ ਖੈਰ, ਜਦੋਂ ਸਮਾਪਤੀ ਹੋਈ ਤੇ ਫਟਾਫਟ ਉੱਠ ਕੇ ਤੇ ਅਜੇ ਹੁਕਮਨਾਮਾ ਹੀ ਹੋ ਰਿਹਾ ਸੀ ਤੇ ਵਿੱਚੇ ਉੱਠ ਕੇ ਤੇ ਕੋਲ ਆਣ ਕੇ ਤੇ ਰੌਲਾ ਪਾਉਣਾ ਇਹਨਾਂ ਸ਼ੁਰੂ ਕਰ ਦਿੱਤਾ। ਹਾਂਜੀ। ਕਿ ਸਾਡੇ ਨਾਲ ਵਿਚਾਰ ਕਰੋ ਜੀ, ਸਾਡੇ ਨਾਲ ਵਿਚਾਰ ਕਰੋ। ਤੇ ਆਪਾਂ ਤੇ ਇਹੋ ਹੀ ਕਿਹਾ ਸੀਗਾ ਕੋਈ ਗੱਲ ਨਹੀਂ, ਵਿਚਾਰ ਕਰ ਲੈਂਦੇ ਆ, ਪਰ ਆਹ ਸਮਾਗਮ ਤਾਂ ਸਮਾਪਤੀ ਹੋ ਲੈਣ ਦਿਓ, ਇਹ ਤਾਂ ਹੁਕਮਨਾਮਾ ਹੋ ਲੈਣ ਦਿਓ। ਹਾਂਜੀ। ਗੁਰੂ ਮਹਾਰਾਜ ਦਾ ਸਰੂਪ ਜਿਹੜਾ ਉਹ ਗੁਰਦੁਆਰਾ ਸਾਹਿਬ ਜਾ ਲੈਣ ਦਿਓ। ਪਰ ਉਹ ਕਾਲੇ ਬੜੇ ਸੀਗੇ। ਸੋ ਉਹਨਾਂ ਨਗਰ ਵਾਲਿਆਂ ਨੇ ਕਹਿਤਾ ਵੀ ਤੁਸੀਂ ਬੈਠੋ ਤੇ ਸਮਾਪਤੀ ਹੁੰਦੀ ਆ ਤੇ ਆਪਾਂ ਤੁਹਾਡੀ ਗੱਲਬਾਤ ਵੇਨੇ ਆ ਵੀ ਕਰਾ ਦਿੰਨੇ ਆ। ਹਾਂਜੀ। ਪਰ ਇਹ ਬੰਦੇ ਕਾਲੇ ਸੀਗੇ। ਇਹ ਪਿੰਡ ਵਾਲਿਆਂ ਨੇ ਕਿਹਾ ਕਿ ਇਹ ਬੰਦੇ ਆ ਜਿਹੜੇ ਸਾਨੂੰ ਲਗਾਤਾਰ ਧਮਕੀਆਂ ਦੇ ਰਹੇ, ਤੁਸੀਂ ਜਾਓ। ਆਪਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ। ਮੈਂ ਵੀ ਨਾਲ ਸੀ ਤੁਹਾਡੇ, ਹਰਮਿੰਦਰ ਸਿੰਘ ਸੀਗੇ, ਪੁਸ਼ਪਿੰਦਰ ਸਿੰਘ ਸੀਗੇ, ਗੁਰਪ੍ਰੀਤ ਸਿੰਘ, ਬਹੁਤ ਸਾਰੇ ਆਪਣੇ ਸੱਜਣ ਨਾਲ ਗਏ। ਬਿਲਕੁਲ। ਕਿਉਂਕਿ ਆਪਾਂ ਨੂੰ ਵੀ ਪਤਾ ਸੀਗਾ ਵੀ ਇਹਨਾਂ ਨੇ ਕੋਈ ਰੌਲਾ ਗੋਲਾ ਪਾਉਣਾ ਤੇ ਆਪਾਂ ਆਪਣਾ ਪ੍ਰਬੰਧ ਵੀ ਕਰਕੇ ਗਏ ਸੀਗੇ। ਹਾਂਜੀ। ਤੇ ਕੁਝ ਪੁਲਿਸ ਵਾਲੇ ਵੀ 2-4 ਸੱਜਣ ਉੱਥੇ ਲੱਗੇ ਹੋਏ ਸੀ। ਹਾਂਜੀ। ਤੇ ਜਦੋਂ ਇਹ ਆਪਾਂ ਤਾਂ ਨਿਕਲ ਆਏ ਤਾਂ ਇਹ ਪਿੰਡ ਵਾਲਿਆਂ ਨਾਲ ਉਲਝ ਪਏ। ਹਾਂਜੀ। ਤੇ ਜਦੋਂ ਇਹਨਾਂ ਨੇ ਆਪਣਾ ਬਾਣੇ ਦਾ ਡਰਾਵਾ ਦਿੱਤਾ, ਕਿਰਪਾਨਾਂ ਦਾ, ਢਾਲਾਂ ਦਾ, ਤੇ ਉਹ ਇੱਕ ਹਵੇਲੀ ਦੇ ਵਿੱਚ ਹੀ ਸਮਾਗਮ ਹੋ ਰਿਹਾ ਸੀ। ਹਾਂਜੀ। ਤੇ ਇਹਨਾਂ ਨੇ ਕੁਝ ਮਾੜਾ ਪਿੰਡ ਵਾਲਿਆਂ ਨੂੰ ਬੋਲਤਾ ਤੇ ਉਹ ਨੌਜਵਾਨ ਵੀ ਜਿਹੜੇ ਸੀਗੇ, ਆਪਾਂ ਨੂੰ ਤੇ ਇਹਨਾਂ ਗੱਲਾਂ ਦਾ ਬਾਅਦ ਚ ਪਤਾ ਲੱਗਾ, ਤੇ ਉਹਨਾਂ ਨੇ ਜੋ ਭੌੜੇ ਪਏ ਸੀ, ਜੇ ਕਿਸੇ ਦੇ ਹੱਥ ਕਹੀ ਆਈ, ਉਹ ਇਹਨਾਂ ਦੇ ਚੰਗੀਆਂ ਭਰਾਈਆਂ ਇਹਨਾਂ ਨੇ, ਤੇ ਇਹਨਾਂ ਦੀਆਂ ਸ਼ਾਇਦ ਗੱਡੀ ਦੇ ਸ਼ੀਸ਼ੇ ਵੀ ਉਹਨਾਂ ਤੋੜ ਦਿੱਤੇ ਤੇ ਇਹ ਭੱਜ ਕੇ ਗੱਡੀ ਦੇ ਵਿੱਚ ਤੇ ਉੱਥੋਂ ਇਹਨਾਂ ਨੇ ਆਪਣੇ ਆਪ ਨੂੰ ਬਚਾਇਆ। ਹਾਂਜੀ। ਠੀਕ ਹੈ। ਫਿਰ ਮੇਰਾ ਖਿਆਲ ਹੈ ਵੀ ਉਸ ਦਿਨ ਰਾਤ ਨੂੰ ਥੋੜਾ ਜਿਹਾ ਮੀਂਹ ਵੀ ਪੈਂਦਾ ਸੀ ਤੇ ਸਾਨੂੰ ਜਿਹੜਾ ਮੂਵੀ ਰਿਕਾਰਡ ਕਰਦਾ ਸੀਗਾ ਬੰਦਾ ਵੀਡੀਓ, ਉਹਨੇ ਦੱਸ ਦਿੱਤਾ ਕਿ ਇੱਧਰ ਵੀ 5-7 ਗੱਡੀਆਂ ਰਸਤੇ 'ਚ ਖਲੋਤੀਆਂ ਤੇ ਤੁਸੀਂ ਰਾਹ ਬਦਲ ਕੇ ਤੇ ਲੁਧਿਆਣੇ ਨੂੰ ਚਲੇ ਜਾਓ। ਹਾਂਜੀ। ਉਹ ਆਪਾਂ ਤਾਂ ਰਾਹ ਬਦਲ ਕੇ ਲੁਧਿਆਣੇ ਨੂੰ ਆ ਗਏ ਤੇ ਇਹ ਰਾਹ ਵਿੱਚ ਉਹ ਜਿਹੜਾ ਸਾਨੂੰ ਸੁਨੇਹਾ ਮਿਲਿਆ ਉਹੋ ਹੀ ਉਸ ਨੌਜਵਾਨ ਨੇ, ਉਹ ਮੇਰੇ ਖਿਆਲ ਖੰਨੇ ਦਾ ਸੀ, ਉਹਨੇ ਪਿੰਡ ਵਾਲਿਆਂ ਨੂੰ ਵੀ ਦੱਸਤਾ ਕਿ ਭਾਈ ਸਾਹਿਬ ਇੱਧਰ ਨੂੰ ਆ ਰਹੇ ਆ ਤੇ ਮੈਂ ਵੇਖਿਆ ਵੀ ਉੱਥੇ 5-4 ਗੱਡੀਆਂ ਰਸਤੇ ਵਿੱਚ ਖਲੋਤੀਆਂ ਹੋਈਆਂ, ਉਹ ਰਾਹ ਰੋਕਣ ਵਾਸਤੇ। ਹਾਂਜੀ। ਤੇ ਇੱਧਰ ਰੌਲਾ ਪੈ ਚੁੱਕਾ ਸੀ ਤੇ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਜਿਹਦੇ ਕੋਲ ਜੋ ਕੁਝ ਵੀ ਹੈਗਾ ਉਹ ਫੜੋ ਤੇ ਆਪਾਂ ਉਹਨਾਂ ਨੂੰ ਜਰਾ ਜਾ ਕੇ ਤੇ ਦੇਖੀਏ ਵੀ ਉਹ ਕਿਹੜੇ ਬੰਦੇ ਜਿਹੜੇ ਰਾਹ ਡੱਕਣ ਵਾਸਤੇ ਖਲੋਤੇ। ਹਾਂਜੀ। ਤੇ ਜਿਹਦੇ ਜੋ ਹੱਥ 'ਚ ਆਇਆ ਉਹ ਲੈ ਕੇ ਤੇ ਚਲੇ ਗਏ। ਤੇ ਅੱਗੇ ਇੱਕ ਇਹਨਾਂ ਦਾ ਜਿਹੜਾ ਸੂਰਮਾ, ਖਾਸ ਕਰਕੇ ਜਿਹੜੇ ਨਿਊਜ਼ੀਲੈਂਡ ਵਾਲੇ ਬੰਦੇ ਆ, ਉਹਦੀ ਬੜੀ ਉਦਾਹਰਨ ਦਿੰਦੇ ਆ, ਗੁਰਲਾਲ ਸਿੰਘ ਦੰਦਮੀ ਟਕਸਾਲ ਦਾ। ਸਹੀ ਗੱਲ, ਸਹੀ ਗੱਲ। ਉਹ ਹੰਸਰੇ ਦੇ ਮਤਲਬ ਉਂਗਲ ਤੇ ਚੜਿਆ ਹੋਇਆ ਸੀ ਬੰਦਾ। ਹਾਂਜੀ। ਤੇ ਉਹ ਆਪਣਾ ਇੱਕ ਟੋਲਾ ਉੱਥੇ ਲੈ ਕੇ ਖਲੋਤਾ ਸੀ। ਤੇ ਉਹਨਾਂ ਨੇ, ਪਿੰਡ ਵਾਲਿਆਂ ਨੇ, ਫਿਰ ਇਹਨਾਂ ਨੇ ਕੁਛ ਕਿਹਾ ਤੇ ਪਿੰਡ ਵਾਲਿਆਂ ਨੇ ਇਹਨਾਂ ਦੀ ਚੰਗੀ ਗਿੱਦੜ ਕੁੱਟ ਕੀਤੀ ਤੇ ਨਾਲੇ ਗੱਡੀਆਂ ਵੀ ਲਗਭਗ ਸਾਰੀਆਂ ਇਹਨਾਂ ਦੇ ਸ਼ੀਸ਼ੇ ਸ਼ੂਸ਼ੇ ਭੰਨ ਦਿੱਤੇ। ਹਾਂਜੀ। ਤੇ ਇਹ ਜਿਹੜੇ ਦਲੇਰ ਏਡੇ ਗਏ ਸੀਗੇ ਤੇ ਫਿਰ ਉਥੋਂ ਪੂਛ ਠਾਂ ਕਰਕੇ ਤੇ ਜਿਉਂ ਉਥੋਂ ਭੱਜੇ ਦੌੜੇ। ਦੌੜ ਆਏ। ਹੁਣ ਇਹ ਜਿਹੜੇ ਇਸ ਤਰ੍ਹਾਂ ਦੇ ਝੂਠ ਫੈਲਾਉਂਦੇ, ਝੂਠ ਦੀਆਂ ਪੰਡਾਂ ਜਿਹਨਾਂ ਨੂੰ ਕਹਿ ਸਕਦੇ ਆ ਵੀ ਵੇਖੋ ਜੀ ਗੁਰਲਾਲ ਸਿੰਘ ਤੋਂ ਡਰ ਜਾਂਦੇ ਤੇ ਇਸ ਤਰ੍ਹਾਂ ਕਰ ਲੈਂਦੇ ਤੇ ਚੌਂਕੜੇ ਮਾਰ ਲੈਂਦੇ ਆ। ਉਹ ਚੰਗੀ ਤਰ੍ਹਾਂ ਸੁਣ ਲੈਣ। ਸ਼ਾਇਦ ਹੋ ਸਕਦਾ ਕਿ ਉਹ ਕਿਤੇ ਰਿਕਾਰਡਿੰਗ ਵੀ ਸਾਡੇ ਕੋਲ ਪਈ ਹੋਵੇ ਮੇਰੇ ਫੋਨ ਦੀ। ਬਿਲਕੁਲ ਬਿਲਕੁਲ ਬਿਲਕੁਲ। ਆਪਾਂ ਕਾਲਜ ਆ ਗਏ ਤੇ ਕਾਲਜ ਆਣ ਕੇ ਤੇ ਇਹਨੂੰ ਗੁਰਲਾਲ ਸਿੰਘ ਨੂੰ ਆਪਾਂ ਫੋਨ ਕੀਤਾ। ਬਿਲਕੁਲ। ਗੁਰਲਾਲ ਸਿੰਘ ਨੂੰ ਫੋਨ ਕੀਤਾ ਵੀ ਜਿਹੜਾ ਵੱਡਾ ਮਤਲਬ ਬਹਾਦਰ ਬਣਿਆ ਫਿਰਦਾ, ਵੀ ਤੂੰ ਸਾਨੂੰ ਉੱਥੇ ਜੂ ਲੱਭਣ ਗਿਆ ਤੇ ਇੱਥੇ ਕਾਲਜ ਹੀ ਆ ਜਾ। ਤੂੰ ਕਾਲਜ ਕੀ, ਤੂੰ ਦੱਸ ਵੀ ਕਿੱਥੇ ਆਉਣਾ, ਅਸੀਂ ਉੱਥੇ ਆਉਣ ਨੂੰ ਤਿਆਰ ਆ। ਬਿਲਕੁਲ। ਤੇ ਅੱਗੋਂ ਇਹ ਰੋ ਰਿਹਾ ਵੀ ਮੈਨੂੰ ਤੇ ਐਵੇਂ ਕੁੱਟ ਦਿੱਤਾ, ਮੇਰੀਆਂ ਸਾਡੀਆਂ ਗੱਡੀਆਂ ਭੰਨ ਦਿੱਤੀਆਂ, ਐਡਾ ਨੁਕਸਾਨ ਕਰਤਾ, ਅਸੀਂ ਤਾਂ ਵੈਸੇ ਹੀ ਗੱਲ ਕਰਨ ਗਏ ਸੀਗੇ। ਹਾਲਾਂਕਿ ਉਹਦੇ ਵਿੱਚ ਸਾਡਾ ਕੋਈ ਇਸ ਤਰ੍ਹਾਂ ਦਾ ਇਰਾਦਾ ਨਹੀਂ ਕਿਸੇ ਦੀ ਗੱਡੀ ਭੰਨਣੀ ਜਾਂ ਕਿਸੇ ਦਾ ਨੁਕਸਾਨ ਕਰਨਾ। ਆਪਾਂ ਤੇ ਕੰਮ ਕਰਦੇ ਹੀ ਨਹੀਂ। ਬਿਲਕੁਲ। ਹਾਂ, ਅਸੀਂ ਇਸ ਮਸਲੇ 'ਚ ਆਉਂਦੇ ਨਹੀਂ। ਇਹ ਤੇ ਕਈ ਥਾਈਂ ਆਏ ਇਹ ਜਿਹੜੇ ਬੰਦੇ ਇਸ ਤਰ੍ਹਾਂ ਕਰਨ ਵਾਸਤੇ। ਹਾਂਜੀ। ਤੇ ਉਹ ਸਾਰੀਆਂ ਇਹਨਾਂ ਲੋਕਾਂ ਦੀਆਂ, ਉਹਨਾਂ ਦੀਵਾਨਾਂ ਦੀਆਂ ਆਪਣੇ ਕੋਲ ਵੀਡੀਓ ਵੀ ਪਈਆਂ। ਇੱਥੇ ਜਿਹੜਾ ਆਪਣੇ ਚੰਡੀਗੜ੍ਹ ਨੂੰ ਰਸਤੇ 'ਚ ਹੀ ਜਾਂਦੇ ਆ, ਇੱਕ ਪਿੰਡ ਆ, ਮੈਂ ਪਿੰਡ ਦਾ ਨਾਂ ਨਾ ਹੀ ਲਵਾਂ ਤੇ ਚੰਗੀ ਗੱਲ ਆ। ਹਾਂਜੀ। ਉੱਥੇ ਵੀ ਇਹ 8-10 ਬੰਦੇ ਆਣ ਕੇ ਪਹਿਲਾਂ ਧਮਕੀਆਂ ਦਿੰਦੇ ਰਹੇ। ਹਾਂਜੀ। ਤੇ ਫਿਰ ਆਣ ਕੇ ਤੇ ਅੱਗੇ ਵਾਗਰੂ ਵਾਗਰੂ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ। ਜਿੰਨੀ ਦੇਰ ਤਾਂ ਹੋਰ ਸੱਜਣ ਬੋਲਦਾ ਰਿਹਾ ਉਨੀ ਦੇਰ ਚੁੱਪ ਕਰਕੇ ਬੈਠੇ ਰਹੇ। ਤੇ ਜਦੋਂ ਤੁਸੀਂ ਅਜੇ ਮੰਗਲਾਚਰਨ ਸ਼ੁਰੂ ਹੀ ਕੀਤਾ ਤੇ ਉਦੋਂ ਇਹਨਾਂ ਨੇ ਅੱਗੇ ਵਾਗਰੂ ਵਾਗਰੂ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਬਿਲਕੁਲ। ਉੱਥੇ ਵੀ ਪੁਲਿਸ ਹੀ ਤੇ ਨਗਰ ਵਾਲਿਆਂ ਨੇ ਹੱਥ ਵੀ ਜੋੜੇ ਇਹਨਾਂ ਅੱਗੇ
ਕਿ ਜੇ ਤੁਹਾਨੂੰ ਕਥਾ ਚੰਗੀ ਨਹੀਂ ਲੱਗਦੀ, ਵਿਚਾਰ ਚੰਗੇ ਨਹੀਂ ਲੱਗਦੇ, ਤੇ ਤੁਸੀਂ ਨਾ ਸੁਣੋ, ਉੱਠ ਕੇ ਤੇ ਬਾਹਰ ਚਲ ਜਾਓ। ਹਾਂਜੀ। ਇਹ ਬੰਦੇ ਹੋਰ ਚੰਬੜ ਗਏ। ਫਿਰ ਉਹ ਪਿੰਡ ਵਾਲਿਆਂ ਨੇ ਜਿਸ ਤਰ੍ਹਾਂ ਹੀ ਇਹ ਵਾਗਰੂ ਵਾਗਰੂ ਕਰ ਰਹੇ ਸੀਗੇ, ਜਿਸ ਤਰ੍ਹਾਂ ਚੌਂਕੜੇ ਲੱਗੇ ਸੀਗੇ, ਹੁੱਲੜਬਾਜੀ ਕਰਦੇ ਸੀਗੇ ਬੰਦੇ ਵਿੱਚੋਂ, ਹਾਂਜੀ, ਉਵੇਂ ਹੀ ਚੁੱਕ ਕੇ ਤੇ ਜਦੋਂ ਬਾਹਰ ਨੂੰ ਖੜਨ ਲੱਗੇ ਤੇ ਫਿਰ ਕਹਿਣ ਸਾਨੂੰ ਹੱਥ ਨਾ ਲਾਇਓ, ਸਾਡੇ ਬੇਅਦਬੀ ਹੋ ਜਾਣੀ ਦਸਤਾਰ ਦੀ, ਆਹ ਹੋ ਜਾਣਾ, ਜੇ ਹੋ ਜਾਣਾ। ਫਿਰ ਇਹ ਜਿਹੜੇ ਆ ਨਾ, ਹੁਣ ਜਦੋਂ ਅੱਗੋਂ ਘਸੁੰਨ ਪਿਆ ਵਾ, ਤੇ ਹੁਣ ਇਹ ਹੰਸਰੇ ਵਰਗੇ ਹੋਰ ਨਾ ਕਠਪੁਤਲੀਆਂ ਨੂੰ ਅੱਗੇ ਨਚਾ ਕੇ ਪਿੱਛੋਂ ਫੰਡਿੰਗ ਕਰਕੇ, ਬਿਲਕੁਲ ਬਿਲਕੁਲ, ਤੇ ਹੁਣ ਕਾਨੂੰਨੀ ਰਾਹ ਲੱਭ ਰਿਹਾ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਬੰਦ ਕਰਾਇਆ ਜਾਵੇ। ਹਾਂਜੀ। ਪਰ ਪੰਜਾਬੀਆਂ ਦਾ ਜਿਵੇਂ ਅਖਾਣ ਬੜੇ ਵਧੀਆ ਇਸੇ ਕਰਕੇ ਬਣੇ ਹੋਏ ਆ, ਬਿਲਕੁਲ ਹਕੀਕਤ ਦੇ ਨੇੜੇ ਆ, ਵੀ ਚਾਹੇ ਸਰਾਣੇ ਸੌਂ ਤੇ ਭਾਵੇਂ ਪੈਂਦੇ ਸੌਂ, ਤੇ ਲੱਕ ਵਿੱਚ ਕਾਏ ਹੋਣਾ, ਲੱਕ ਵਿੱਚ ਕਾਏ ਹੋਣਾ, ਬਿਲਕੁਲ ਸਹੀ। ਹਾਂਜੀ, ਤੇ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ, ਇੱਕੋ ਜਿਹਾ, ਬਿਲਕੁਲ ਬਿਲਕੁਲ ਸਹੀ ਗੱਲ। ਤੇ ਜੇ ਇਹ ਇਹੋ ਜਿਹੀਆਂ ਜਾਂਚਾਂ ਸਿਖਾ ਰਹੇ ਆ, ਤੇ ਇਹ ਜਿਹੜੇ ਆ ਇਹ ਉਹਦੇ ਲਈ ਫਿਰ ਤਿਆਰ ਰਹਿਣ। ਜਿਵੇਂ ਐਡਵੋਕੇਟ ਨਵਰਾਜ ਸਿੰਘ ਹੋਣਾ ਦੱਸ ਹੀ ਦਿੱਤਾ ਕਿ ਜਿਵੇਂ ਇਹ ਝੂਠ ਬੋਲ ਰਿਹਾ ਵੀ ਇੰਨੇ ਪਰਚੇ ਅਸੀਂ ਦਰਜ ਕਰ ਦਿੱਤੇ ਆ, ਜਿਹੜੀਆਂ ਪਟੀਸ਼ਨਾਂ ਉਹਨਾਂ ਨੂੰ ਹੀ ਪਰਚੇ ਕਹੀ ਜਾਂਦੇ ਆ। ਇਹ ਗੁਰਜੰਟ ਸਿੰਘ ਜੀ ਗੱਲ ਇਦਾਂ ਵੀ ਸਮਾਂ ਪਾ ਕੇ ਨਾ ਜਦੋਂ ਇਹੋ ਜਿਹੇ ਫਸਦੇ ਹੁੰਦੇ, ਮੁੜ ਕੇ ਇਹਨਾਂ ਦੇ ਪਿੱਛੇ ਜਿਹੜੇ ਬਾਬੇ ਆ ਨਾ ਸੰਪਰਦਾਵਾਂ, ਉਹਨਾਂ ਨੇ ਵੀ ਹੱਥ ਪਿਛਾਂ ਖਿੱਚ ਲੈਣਾ ਵੀ ਸਾਡਾ ਤੇ ਬੰਦਾ ਹੀ ਹੈ ਨਹੀਂ ਇਹ। ਜਿਨ੍ਹਾਂ ਬਾਰੇ ਨਾਲੇ ਇਹ ਕਹਿ ਰਿਹਾ ਨਾ, ਜਿਹੜਾ ਪਟੀਸ਼ਨ ਕਰਤਾ ਕੇਸ ਕਰ ਰਿਹਾ ਵੀ ਮੇਰੀਆਂ ਭਾਵਨਾਵਾਂ ਜਿਹੜੀਆਂ ਵਾ ਉਹ ਭੜਕੀਆਂ, ਸਾਡੇ ਬਾਬਿਆਂ ਬਾਰੇ, ਸਾਡੇ ਡੇਰੇ ਬਾਰੇ ਬੋਲਿਆ। ਹਾਂਜੀ। ਉਹਨਾਂ ਦੀ ਇੱਕ ਸ਼ਾਖਾ ਲੁਧਿਆਣੇ ਆ, ਕਿਉਂਕਿ ਆਪਾਂ ਤਾਂ ਲੁਧਿਆਣੇ ਹੀ ਰਹਿੰਦੇ ਆ। ਬਿਲਕੁਲ। ਤੇ ਸਨ 2002 ਦੀ ਗੱਲ ਆ, ਸ਼ਾਇਦ ਹੁਣ ਕਈਆਂ ਨੂੰ ਚੇਤਾ ਆ ਹੀ ਜਾਵੇ। ਹਾਂਜੀ। ਤੇ ਉਹ ਵੀ ਮੇਰੇ ਖਿਆਲ ਜੂਨ ਦੀ ਗੱਲ ਆ, ਤੇ ਇਹਨਾਂ ਦੀ ਇੱਕ ਉੱਥੇ ਸ਼ਾਖਾ ਆ ਨਹਿਰ ਦੇ ਕੰਢੇ ਦੇ ਉੱਤੇ, ਫਿਰੋਜ਼ਪੁਰ ਰੋਡ ਤੇ। ਹਾਂਜੀ। ਤੇ ਉੱਥੇ ਇਹਨਾਂ ਹੀ ਮਹਾਂਪੁਰਖਾਂ ਨੇ ਜਿਹੜੇ ਚਿੱਟੇ ਚੋਲੇ ਪਾ ਕੇ ਰੱਖਦੇ ਆ, ਮਾਲਾ ਫੜੀਆਂ ਤੇ ਅੱਖਾਂ ਮੀਟ ਕੇ ਰੱਖਦੇ ਆ। ਹਾਂਜੀ। ਇਹਨਾਂ ਨੇ ਇੱਕ ਨੌਜਵਾਨ ਲੜਕੀ ਨੂੰ ਉੱਥੇ ਅੰਦਰ ਵਾੜ ਲਿਆ ਆਪਣੇ। ਤੇ ਇਹ 5 ਬੰਦੇ ਸਨ, ਤੇ 3 ਦਿਨ ਉਹ ਲੜਕੀ ਇਹਨਾਂ ਨੇ ਉੱਥੇ ਅੰਦਰ ਰੱਖੀ, ਤੇ ਉਹਦਾ ਲਗਾਤਾਰ ਸ਼ੋਸ਼ਣ ਕਰਦੇ ਰਹੇ ਸਰੀਰਕ। ਤੇ ਉਹ ਲੜਕੀ ਕੁਦਰਤੀ ਕਿਤੇ ਬਾਰੀ ਖੁੱਲੀ, ਤੇ ਦੂਜੇ ਪਾਸੇ ਬਿਜਲੀ ਘਰ ਆ, ਉਹਨਾਂ ਦੀ ਇੱਕ ਕਲੋਨੀ ਆ, ਉਹ ਕਿਤੇ 2-4 ਨੌਜਵਾਨ ਉੱਥੇ ਖਲੋਤੇ ਸੀਗੇ, ਤੇ ਉਹਨੇ ਲੜਕੀ ਨੇ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰੀਆਂ ਬਾਰੀ ਰਾਹੀਂ, ਤੇ ਹੱਥ ਮਾਰੇ, ਤੇ ਉਹ ਫਿਰ ਪੁਲਿਸ ਨੂੰ ਨਾਲ ਲੈ ਕੇ ਆਏ। ਤੇ ਇਹਨਾਂ ਦੇ ਉਹ 5 ਬੰਦੇ ਫੜੇ ਗਏ, ਤੇ ਜਿਹੜਾ ਉਹ ਇਹਨਾਂ ਦੇ ਉਸ ਗੁਰਦੁਆਰਾ ਦੇ, ਉਹਨੂੰ ਕੀ ਕਹਿ ਸਕਦੇ, ਜਿੱਥੇ ਇਹ ਕੁਛ ਕਰ ਰਹੇ ਸੀਗੇ, ਉਹ ਮੁਖੀ ਕਹਿੰਦਾ ਕਿ ਮੇਰੀ ਤੇ ਲੱਤ ਦਾ ਆਪਰੇਸ਼ਨ ਹੋਇਆ, ਮੈਂ ਤੇ ਆਪਣੇ ਕਮਰੇ ਚੋਂ ਨਹੀਂ 4 ਦਿਨ ਦਾ ਬਾਹਰ ਨਿਕਲਿਆ। ਹਾਂਜੀ। ਹਾਂਜੀ। ਤੇ ਫਿਰ ਉਹਦੇ ਨਾਲ ਨਾਲ ਉਹ ਲੜਕੀ ਤੇ ਛਡਾਈ, ਇਹਨਾਂ ਦੇ ਉੱਤੇ ਬਲਾਤਕਾਰ ਦੇ 5 ਜਾਣਿਆਂ ਤੇ ਕੇਸ ਵੀ ਪਏ, ਤੇ ਉੱਥੋਂ ਗੰਦੀਆਂ ਫਿਲਮਾਂ ਦੀਆਂ ਜਿਹੜੀਆਂ ਸੀਡੀਆਂ ਵੀ ਨਿਕਲੀਆਂ, ਤੇ ਹੋਰ ਕਈ ਕੁਛ ਉੱਥੋਂ ਪੁਲਿਸ ਨੇ ਜਿਹੜਾ ਉਹ ਬਰਾਮਦ ਕੀਤਾ। ਤੇ ਜੋ ਕੁਝ ਇਹ ਕਰਦੇ ਆ, ਜੇ ਉਹ ਇਹਨਾਂ ਦੇ ਭਾਵਨਾਵਾਂ ਭੜਕਦੀਆਂ, ਤੇ ਜੇ ਆਪਾਂ ਜਾ ਕੇ ਥਾਣਿਆਂ 'ਚ ਉਹ ਰੱਖਣਾ ਸ਼ੁਰੂ ਕਰ ਦਿੱਤਾ ਨਾ, ਇਹਨਾਂ ਦੇ ਬਾਬਿਆਂ ਦਾ ਮੂੰਹ ਵਿਖਾਉਣ ਮੁੜ ਕੇ ਜਗ੍ਹਾ ਨਹੀਂ ਮਿਲਣੀ ਜੇ ਅਸੀਂ ਇਹ ਰਾਹ ਤੁਰ ਪਏ। ਤੇ ਇਸੇ ਕਰਕੇ ਉਹ ਆਪ ਨਹੀਂ ਨਾ ਅੱਗੇ ਆ ਰਹੇ। ਬਿਲਕੁਲ ਬਿਲਕੁਲ। ਉਹਨਾਂ ਨੇ ਉਹ ਬੰਦੇ ਲਾਏ ਆ ਵੀ ਬਸ ਥੋੜੇ ਬਹੁਤੇ ਪੈਸੇ ਦੇ ਛੱਡੋ। ਹਾਂਜੀ। ਤੇ ਇਹੋ ਜਿਹਾ ਬੰਦਾ ਨਾ ਕਈ ਵਾਰ ਪਿੰਡ ਦੇ ਗੁਰਦੁਆਰੇ ਵੀ ਨਹੀਂ ਜਾਂਦਾ, ਤੇ ਉਹ 150 ਕਿਲੋਮੀਟਰ ਉਹਨੂੰ ਉਹ ਡੇਰਾ ਦਿਖਦਾ ਵੀ ਉਹ ਬਾਬੇ ਦੇ ਖਿਲਾਫ ਬੋਲ ਰਹੇ ਆ। ਸਹੀ ਗੱਲ। ਦੱਸੋ, ਮੈਂ ਤਾਂ ਇਹੋ ਗੱਲ ਕਹਿਣੀ ਚਾਹੁੰਦਾ ਸੀ ਵੀ ਜਿਹੜਾ ਇਹ ਰਾਹ ਵਿਖਾ ਰਹੇ ਆ, ਪਹਿਲਾਂ ਇਹਨਾਂ ਨੇ ਸਾਰਾ ਕੰਮ ਕਰਕੇ ਦੇਖ ਲਿਆ, ਤੇ ਹੁਣ ਇਸ ਪਾਸੇ ਨੂੰ ਤੁਰੇ ਆ। ਤੇ ਫਿਕਰ ਨਾ ਕਰੋ, ਤੇ ਭੱਜਦਿਆਂ ਨੂੰ ਜਿਹੜਾ ਵਾਹਣ ਆ ਉਹ ਇੱਕੋ ਜਿਹਾ ਹੀ ਹੁੰਦਾ ਫਿਰ। ਬਿਲਕੁਲ ਬਿਲਕੁਲ ਬਿਲਕੁਲ। ਤੇ ਨਾਲੇ ਜੇ ਉਹ ਮੰਨ ਲਓ ਕਿ ਜਿਹੜੀ ਉਹ ਖੁਸ਼ੀ ਲੈਣਾ ਚਾਹੁੰਦੇ ਆ ਵੀ ਪਰਚਾ ਦਰਜ ਹੋ ਜੂ, ਹਾਂਜੀ, ਚਲੋ ਹੋ ਵੀ ਜਾਊ, ਤੇ ਚੰਗੀ ਗੱਲ ਆ। ਮੈਂ ਕਹਿੰਦਾ ਵੀ ਗੁਰਮਤ ਦੇ ਪੱਖ ਤੇ ਹੋ ਰਹੇ, ਵੀ ਮਨਮਤ ਬਾਰੇ ਬੋਲਿਆ, ਕਿਸੇ ਬਲਾਤਕਾਰ ਬਾਰੇ ਤੇ ਨਹੀਂ ਪਰਚਾ ਹੋ ਰਿਹਾ। ਹਾਂ, ਬਸ ਪਰਚਾ ਇਹੋ ਹੀ ਕਰਾਣਾ ਵੀ ਸਾਡੀਆਂ ਭਾਵਨਾਵਾਂ ਭੜਕੀਆਂ, ਜੋ ਅਸੀਂ ਗੱਲ ਕੀਤੀ ਪਖੰਡੀਆਂ ਬਾਰੇ ਜੋ ਬੋਲਿਆ ਇਹ 'ਚ ਕੋਈ ਸ਼ੱਕ ਨਹੀਂ ਆਪਾਂ ਨੂੰ। ਇਸ ਕਰਕੇ ਤਾਂ ਨਹੀਂ ਆਪਣੀ ਪੁਲਿਸ ਆਊਗੀ ਵੀ ਇਹਨਾਂ ਵਾਂਗ ਅਰਦਾਸ ਕਰਦਿਆਂ ਹੀ ਇਹ ਮੁਖੀ ਇਹਨਾਂ ਦੇ ਲੜ ਪੈਂਦੇ ਆ। ਉਹ ਕਹਿੰਦਾ ਵੀ ਮੈਂ ਮੁਖੀ ਆ ਤੇ ਮੈਂ ਅਰਦਾਸ ਕਰਨੀ, ਦੂਜਾ ਕਹਿੰਦਾ ਮੈਂ ਮੁਖੀ ਆ ਮੈਂ ਅਰਦਾਸ ਕਰਨੀ, ਤੇ ਉੱਥੇ ਗੋਲੀਆਂ ਚੱਲ ਪੈਂਦੀਆਂ ਤੇ ਛਿੱਤਰੋ ਛਿੱਤਰੀ ਹੋ ਜਾਂਦੇ। ਇੱਥੇ ਤਾਂ ਸਾਧਾਂ ਦੇ ਬਲਾਤਕਾਰਾਂ ਦੇ ਕੇਸ ਹੁੰਦੇ ਆ, ਇੱਥੇ ਸਾਧਾਂ ਦੀਆਂ ਪੱਗਾਂ ਤੋਂ ਲੜਾਈਆਂ ਹੁੰਦੀਆਂ। ਜਿਵੇਂ ਉਹ ਕਲਮ ਦੀ ਹੁੰਦੀ ਨਹੀਂ, ਗੁਲਾਬ ਦੀ ਕਲਮ, ਉਹ ਇੱਦਾਂ ਕੱਟ ਕੇ ਲਾ ਦਈਏ ਤੇ ਉਹ 5-7 ਲਗਰਾਂ ਨਿਕਲ ਆਉਂਦੀਆਂ। ਇੱਦਾਂ ਹੀ ਇੱਕ ਬਾਬਾ ਜਦੋਂ ਮਰਦਾ ਤੇ ਇੱਕ ਨੂੰ ਉਹ ਪੱਗ ਦੇ ਕੇ ਜਾਂਦਾ, 5-7 ਉੱਦਾਂ ਹੀ ਸਿਰ ਤੇ ਮੜਾਸੇ ਮਾਰ ਲੈਂਦੇ ਆ। ਇਹਨਾਂ ਦੀਆਂ ਤੇ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਅਰਦਾਸਾਂ ਤੋਂ, ਗੱਦੀਆਂ ਤੋਂ ਲੜਾਈਆਂ ਹੋ ਰਹੀਆਂ ਇਹਨਾਂ ਦੇ ਡੇਰਿਆਂ ਦੇ ਵਿੱਚ ਤਾਂ। ਬਿਲਕੁਲ ਬਿਲਕੁਲ ਜੀ।
ਤੇ ਬਾਕੀ ਕੋਈ ਗੱਲ ਨਹੀਂ ਆ ਜੀ, ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਉਹ ਸੱਚ ਬੋਲਣ ਵਾਲਿਆਂ ਨੂੰ ਆਉਂਦੀਆਂ ਰਹਿੰਦੀਆਂ। ਬਿਲਕੁਲ। ਆਪਾਂ ਡਟੇ ਹੋਏ ਆ, ਘਬਰਾਏ ਨਹੀਂ। ਇਹ ਬੜੇ ਚਿਰ ਦੇ ਇਹੋ ਜਿਹੇ ਜਿਹੜੇ ਯਤਨ ਆ ਉਹ ਲਗਾਤਾਰ ਕਰ ਰਹੇ ਆ। ਤੇ ਮੈਂ ਫੇਰ ਦੁਬਾਰਾ ਉਹ ਗੱਲ ਕਹਿਣਾ ਵੀ ਕੋਈ ਗੱਲ ਨਹੀਂ ਆ, ਚੰਗੀ ਗੱਲ ਆ। ਮਨਮਤ ਦੇ ਖਿਲਾਫ ਹੀ ਜਿਹੜਾ ਸਾਨੂੰ ਬੋਲਣ ਕਰਕੇ ਪਰਚਾ ਹੋਇਆ। ਬਿਲਕੁਲ ਬਿਲਕੁਲ। ਇਹ ਇਹਨਾਂ ਵਾਂਗ ਨਹੀਂ ਆ ਵੀ ਉਹ ਗੱਦੀਆਂ ਵਾਸਤੇ, ਪੱਗਾਂ ਵਾਸਤੇ ਤੇ ਜਾਂ ਜਨਾਨੀਆਂ ਦੇ ਮਸਲਿਆਂ ਦੇ ਵਿੱਚ ਨਹੀਂ ਕੇਸ ਹੋ ਰਹੇ। ਬਿਲਕੁਲ 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 ਸਹੀ ਗੱਲ। ਚਲੋ ਧੰਨਵਾਦ ਜੀ ਤੁਹਾਡਾ। ਧੰਨਵਾਦ ਗੁਰਜੰਟ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਗੁਰਜੰਟ ਸਿੰਘ ਜੋ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ। ਸਰੋਤਿਆਂ ਨੇ ਸੁਣ ਹੀ ਲਿਆ, ਕਿਉਂਕਿ ਵੇਖੋ ਇਹ ਇੱਦਾਂ ਦੇ ਹੱਥ ਕੰਡੇ ਇਹ ਲੋਕ ਵਰਤਦੇ ਆ ਜਿਨ੍ਹਾਂ ਦੇ ਕੋਲ ਹੋਰ ਕੋਈ ਰਾਹ। ਤੁਹਾਨੂੰ ਦੱਸ ਹੀ ਦਿੱਤਾ, ਇਹ ਤਾਂ ਸਿਰਫ ਉਹਨਾਂ ਨੇ 2-4 ਸਮਾਗਮਾਂ ਦੀ ਗੱਲ ਦੱਸੀ ਹੈ। ਇਸ ਤੋਂ ਵੱਧ ਉਮਰੀਆਣਾ ਦੀ ਜੇ ਗੱਲ ਕਰੀਏ, ਇੱਥੇ ਮਖੂ ਦੇ ਲਾਗੇ ਉਮਰੀਆਣਾ ਪਿੰਡ ਪੈਂਦਾ, ਉੱਥੇ ਸਾਡਾ ਸਮਾਗਮ ਸੀ ਤੇ ਉੱਥੇ ਵੀ 100-150 ਪੁਲਿਸ ਵਾਲੇ ਵੀਰ ਨਾਲ ਲੱਗੇ ਤੇ ਫਿਰ ਵੀ ਇਹ ਬੰਦੇ ਉੱਥੇ ਆ ਗਏ। ਮੇਰੇ ਖਿਆਲ ਪਿਛਲੇ ਸਾਲ 23 ਜੁਲਾਈ ਦਾ, ਜੇ ਮੈਂ ਨਹੀਂ ਮੈਨੂੰ ਡੇਟ ਭੁੱਲਦੀ ਤਾਂ 23 ਜੁਲਾਈ ਦੀ ਗੱਲ ਆ। ਇੰਟਰਨੈਟ 'ਤੇ ਤੁਸੀਂ ਉਹ ਵੀਡੀਓ ਵੀ ਵੇਖ ਸਕਦੇ ਹੋ। ਇਹ ਉਹ ਲੋਕ ਆ ਜਿਹੜੇ ਪਿੱਛੋਂ ਇੱਦਾਂ ਘੱਲਦੇ ਆ। ਤੇ ਬਾਕੀ ਗੱਲ ਰਹੀ ਵੀ ਇਹ ਲੌਬੀਆਂ ਸਾਰੇ ਕਿਸਮ ਦੀਆਂ, ਚਾਹੇ ਉਹ ਗੁਰਲਾਲ ਸਿੰਘ ਦੀ ਗੱਲ ਆ ਕਿ ਜਿਵੇਂ ਗੁਰਜੰਟ ਸਿੰਘ ਦੇ ਨਾਲ ਉਹਦੀ 10-15 ਮਿੰਟ ਗੱਲ ਹੋਈ ਤੇ ਸਾਨੂੰ ਇਹ ਪਤਾ ਵੀ ਇਹ ਬੰਦੇ ਪੱਕੇ ਹਰ ਬੰਦੇ ਦੀ ਫੋਨ ਦੀ ਰਿਕਾਰਡਿੰਗ ਕਰਦੇ ਆ। ਤੇ ਜੇ ਉਹਦੇ 'ਚ ਕੋਈ ਉਹੋ ਜਿਹੀ ਗੱਲ ਹੁੰਦੀ ਤਾਂ ਉਹਨੂੰ ਰਿਕਾਰਡਿੰਗ ਜੱਗ ਜ਼ਾਹਰ ਕਰ ਦੇਣੀ ਸੀ। ਜਿਹੜੇ ਆ ਬਾਹਰ ਬੈਠੇ ਨਿਊਜ਼ੀਲੈਂਡ ਵਾਲੇ ਉੱਠ ਕੇ ਗੱਲਾਂ ਕਰਦੇ ਨਾ ਵੀ ਇਹ ਦਬਕਾ ਮਾਰਿਆ ਇੱਦਾਂ ਹੋ ਗਿਆ, ਇਹਨਾਂ ਦਬਕਿਆਂ ਤੋਂ ਅਸੀਂ 22 ਸਾਲ ਤੋਂ ਨਾ ਡਰੇ ਹਾਂ ਤੇ ਨਾ ਡਰਨਾ ਵਾ। ਗੁਰਮਤ ਦੀ ਗੱਲ ਪਹਿਲਾਂ ਵੀ ਕਰਦੇ ਸੀ। ਗੁਰਲਾਲ ਵੀ ਜੇ ਸੁਣਦਾ ਹੋਵੇ ਤਾਂ ਉਹਦੇ ਨਾਲ ਮੇਰੀ 2 ਵਾਰ ਗੱਲ ਦਸਮ ਗ੍ਰੰਥ ਬਾਰੇ ਹੋਈ ਆ। ਤੇ ਜੇ ਉਹ ਫੋਨ ਦੀ ਰਿਕਾਰਡਿੰਗ ਪੱਕਾ ਕਰਦਾ, ਸਾਨੂੰ ਇਸ ਗੱਲ ਦਾ ਪਤਾ, ਉਹਨੇ ਜੱਗ ਜ਼ਾਹਰ ਕਰ ਦੇਣੀ ਸੀ ਜੇ ਉਹਦੇ ਵਿੱਚ ਜੇ ਕੋਈ ਗੱਲ ਇੱਦਾਂ ਦੀ ਹੋਈ ਹੁੰਦੀ। ਤੇ ਤੁਸੀਂ ਵੇਖੋ, ਇੱਕ ਵਾਰ ਹੀ ਉਸ ਨਿਊਜ਼ੀਲੈਂਡ ਦੇ ਉਸ ਸਰਕਸ ਦੇ ਸ਼ੇਰ ਨਾਲ ਉਹਨੇ ਗੱਲ ਕੀਤੀ ਆ ਤੇ ਵੇਖੋ ਉਹਨੇ ਕਿੱਦਾਂ ਵੀਡੀਓ ਆਡੀਓ ਜਿਹੜੀ ਵਾਇਰਲ ਕੀਤੀ ਹੈ। ਤੇ ਇਸ ਕਰਕੇ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਜਦੋਂ ਖੁਦ ਮੁਖਤਿਆਰੀ ਦੀ ਗੱਲ ਆਉਂਦੀ ਆ ਤੇ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਖੁਦ ਮੁਖਤਿਆਰੀ ਦਾ ਅਰਥ ਇਹ ਨਹੀਂ ਵੀ ਤੁਸੀਂ ਆਪਣੇ ਵਿਚਾਰ ਰੱਖੋ ਤੇ ਇੱਥੇ ਖੁਦ ਮੁਖਤਿਆਰ ਆ ਤੇ ਅਗਲਾ ਵਿਚਾਰ ਰੱਖੇ ਤੇ ਇਹ ਤੁਸੀਂ ਵੇਖੋ ਜੀ ਸਾਡੇ ਦੇ ਉੱਤੇ ਤੁਸੀਂ ਕਿੰਤੂ ਕਰਦੇ ਜੇ, ਸਾਡੀਆਂ ਭਾਵਨਾਵਾਂ ਭੜਕਾਉਂਦੇ ਜੇ, ਜਾਂ ਇਹ ਜੈਲਸੀ। ਅੱਛਾ, ਅਗਲਾ ਸੱਚ ਬੋਲੇ ਤੇ ਉਹ ਸੱਚ ਹੈ, ਜੇ ਦੂਜਾ ਸੱਚ ਬੋਲੇ ਤੇ ਉਹਦੇ ਵਿੱਚੋਂ ਤੁਸੀਂ ਜੈਲਸੀ ਦਾ ਨਾਂ ਦਿੰਦੇ ਹੋ। ਇਸ ਕਰਕੇ ਬੜੇ ਡੇਰੇਦਾਰ ਇੱਥੇ ਆਏ ਨੇ, ਬੜੇ ਡੇਰੇਦਾਰਾਂ ਨੇ ਇਸ ਲਹਿਰ ਨੂੰ ਮਤਲਬ ਲੀਓਂ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਨਹੀਂ। ਜੇ ਗੁਰਮਤ ਦੀ ਵਿਚਾਰ ਆ ਤੇ ਉਹ ਸੰਗਤਾਂ ਸਾਹਮਣੇ ਹਮੇਸ਼ਾ ਹੀ ਜਾਣੀ ਆ ਤੇ ਇਹਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਇੱਦਾਂ ਦੇ ਬਹੁਤ ਹੱਥ ਕੰਡੇ ਪਹਿਲਾਂ ਵੀ ਵਰਤਦੇ ਰਹੇ ਆ, ਹੁਣ ਵੀ ਵਰਤਣਗੇ, ਅੱਗੇ ਵੀ ਵਰਤਣਗੇ। ਤੇ ਇਹਨਾਂ ਗੱਲਾਂ ਤੋਂ ਮੇਰੇ ਖਿਆਲ 'ਚ ਸਾਨੂੰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਆ। ਆਪਣੀ ਗੱਲ ਅਸੀਂ ਪਹਿਲਾਂ ਵੀ ਗੁਰਬਾਣੀ ਦੀ ਰੌਸ਼ਨੀ ਵਿੱਚ ਕਰਦੇ ਰਹੇ ਹਾਂ, ਹੁਣ ਵੀ ਕਰਦੇ ਰਹਿਣਾ ਤੇ ਅੱਗੇ ਵੀ ਕਰਦੇ ਰਹਿਣਾ। ਕਿਉਂਕਿ ਇਹ ਡਰ ਉਹਨਾਂ ਨੂੰ ਹੁੰਦਾ, ਮਾफ़ ਕਰਨਾ, ਸਾਨੂੰ ਪਤਾ ਵੀ ਬਹੁਤ ਪੰਜਾਬ ਦੇ ਰਾਗੀ ਪ੍ਰਚਾਰਕ ਢਾਡੀ ਆ ਜਿਹੜੇ ਇਹਨਾਂ ਡੇਰਿਆਂ 'ਚ ਸ਼ਰੇਆਮ ਜਾਂਦੇ ਆ। ਮੇਰੀ ਤੇ ਕਈਆਂ ਰਾਗੀਆਂ ਦੇ ਨਾਲ ਵੀ ਇਸ ਵਿਸ਼ੇ ਤੇ ਬਹਿਸ ਹੋਈ ਹੈ। ਇੱਥੇ ਲੁਧਿਆਣੇ ਸ਼ਹਿਰ ਦੀ ਮੈਂ ਗੱਲ ਹੀ ਦੱਸਦਾ, ਜਿੱਥੇ ਹੁਣ ਅਸੀਂ ਇਸ ਵਕਤ ਬੈਠੇ ਹਾਂ, ਵੀ ਇੱਥੇ ਹੀ ਇੱਕ ਮੰਨਿਆ ਪ੍ਰਮੰਨਿਆ ਰਾਗੀ ਮੇਰੇ ਨਾਲ ਦਾ ਅਸੀਂ ਸਮਾਗਮ ਤੇ ਜਾ ਰਹੇ ਸੀ, ਬਹਿਸ ਪਿਆ, ਕਿਉਂਕਿ ਉਹਨਾਂ ਦਾ ਉਹਨਾਂ ਡੇਰਿਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਕਿਉਂਕਿ ਮੈਂ ਤੇ ਗੱਲ ਕਈ ਵਾਰੀ ਸਟੇਜਾਂ ਤੇ ਕਹਿ ਚੁੱਕਾ ਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਤੇ ਚਾਹੀਦਾ ਸੀ ਵੀ ਹਰ ਪੰਜਾਬ ਦਾ ਕਿਸਾਨ ਪੰਜਾਬ ਦੇ ਪਿੰਡਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਨ ਮਨਾਉਂਦਾ, ਅਸੀਂ ਉਹਨਾਂ ਦੀ ਗੱਲ ਕਰਦੇ, ਆਪਣੇ ਬੱਚਿਆਂ ਨੂੰ ਦੱਸਦੇ ਕਿ ਇੱਦਾਂ ਦੇ ਸਾਡੇ ਕੌਮ ਦੇ ਬਾਦਸ਼ਾਹ ਹੋਏ ਆ ਜਿਨ੍ਹਾਂ ਨੇ ਕਦੀ ਰਾਜ ਦੀਆਂ ਗੱਲਾਂ ਕੀਤੀਆਂ ਨੇ, ਸੋਹਣਾ ਰਾਜ ਭਾਗ ਚਲਾਇਆ ਵਾ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਅਸੀਂ ਭੁੱਲ ਗਏ ਤੇ ਬਰਸੀਆਂ ਮਨਾਉਣੀਆਂ ਸ਼ੁਰੂ ਕਰਤੀਆਂ ਡੇਰਿਆਂ ਵਿੱਚ। ਮੈਂ ਤਾਂ ਗੱਲ ਪਹਿਲਾਂ ਵੀ ਕਹੀ ਸੀ ਕਿ ਪੰਜਾਬ ਦੇ ਤੁਸੀਂ ਡੇਰੇ ਦੱਸ ਦਿਓ ਜਿਨ੍ਹਾਂ ਡੇਰਿਆਂ 'ਚ ਕਦੀ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹਨਾਂ ਯੋਧਿਆਂ ਦੇ ਕਦੀ ਦਿਨ ਮਨਾਏ ਗਏ ਹੋਣ। ਆਪਣੇ ਬਾਬਿਆਂ ਦੀਆਂ ਬਰਸੀਆਂ ਮਨਾਉਣ ਤੋਂ ਵੇਲ ਨਹੀਂ ਹੈ ਸਾਧਾਂ ਨੂੰ। ਇੱਕ ਬਾਬੇ ਦੀ ਬਰਸੀ ਮਨਾ ਕੇ ਹਟਦੇ ਆ ਤੇ ਦੂਜੇ ਬਾਬੇ ਦੀ ਵਾਰੀ ਆ ਜਾਂਦੀ ਆ, ਦੂਜੇ ਬਾਬੇ ਦੀ ਬਰਸੀ ਮਨਾ ਕੇ ਹਟਦੇ ਆ, ਤੀਜੇ ਦੀ ਵਾਰੀ ਆ ਜਾਂਦੀ ਆ। ਕਦੀ ਤੁਸੀਂ ਵੇਖੋ ਜਿਨ੍ਹਾਂ ਸਾਧਾਂ ਨੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦੀ ਤਾਕਤ ਬਖਸ਼ਿਸ਼ ਕੀਤੀ ਸਵੈਮਾਨ ਅਣਖ ਨਾਲ। ਉਹਨਾਂ ਦਾ ਨਾਮ ਹੀ ਸਾਡੇ ਬੱਚਿਆਂ ਨੂੰ ਭੁੱਲ ਗਿਆ। ਤੋ ਇਹ ਸੰਗਤਾਂ ਨੇ ਵੀ ਹੁਣ ਵਾਸਤੇ ਇੱਕ ਚੁਣੌਤੀ ਦਾ ਸਮਾਂ ਵਾ। ਅਸੀਂ ਵੇਖਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਕਿੱਡੀਆਂ ਵੱਡੀਆਂ ਚੁਣੌਤੀਆਂ ਸਾਡੇ ਸਾਹਮਣੇ। ਇੱਕ ਬੰਨੇ ਵੇਖੋ ਹੁਣ ਚਾਹੇ ਉਹ ਦਸਮ ਗ੍ਰੰਥ ਦੀ ਗੱਲ ਹੈ, ਬਚਿੱਤਰ ਨਾਟ ਦੀ ਗੱਲ ਹੈ, ਤਾਂ ਸਾਡੇ ਸਾਹਮਣੇ ਪਿਆ,
पर इस तो बिना तुसीं वेखो भी खतरनाक वो लोग किन्ने ने जिहड़े गुरु ग्रंथ साहिब के बराबर अपनियां गद्दियां ला के पैरों ते मत्थे टिका रहे, जिहड़े शरेआम गुरु ग्रंथ साहिब महाराज जी के सिद्धांत नूं चैलेंज कर रहे आ। तो साध संगत जी जागण की लोड़ आ, सुचेत होने की लोड़ आ, अपने फर्जां तो जाणू होने की लोड़ आ। तो घबराउण की लोड़ नहीं। ये गल असीं अज दा ये प्रोग्राम तां असीं तुहाडे सामने लैके आए आ भी ਇਹਦੇ ਨਾਲ ਸਾਡਾ ਕੋਈ ਮਨੋਬਲ ਨਹੀਂ ਡਿੱਗਦਾ, ਅਸੀਂ ਤਗੜੇ ਹੁੰਨੇ ਆ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ। ਤੇ ਇਹਦੇ ਨਾਲ ਸਾਡਾ ਮਨੋਬਲ ਹੋਰ ਵੱਧਦਾ ਵਾ ਵੀ ਇਹ ਇਦਾਂ ਵੀ ਸਗੋਂ ਸਾਨੂੰ ਤੁਸੀਂ ਰਾਹ ਸਿਖਾਤਾ। ਅਸੀਂ ਵੀਰ ਨਵਰਾਜ ਸਿੰਘ ਨਾਲ ਪੱਕੀ ਗੱਲ ਕਰ ਲਈ ਵੀ ਵੇਖੋ ਕੱਲ ਨੂੰ ਕਿਤੇ ਕੋਈ ਵੀ ਘਟਨਾ ਵਾਪਰ ਸਕਦੀ ਹੈ, ਕਿਸੇ ਵੀ ਸਾਡੇ ਵੀਰ ਨੂੰ ਤੁਸੀਂ ਉਲਝਾਉਣ ਦੀ ਕੋਸ਼ਿਸ਼ ਕਰਦੇ ਹੋ। ਤੇ ਇਹ ਗੱਲ ਮੈਂ ਦੱਸਣਾ ਚਾਹੁੰਦਾ, ਇਹਨਾਂ ਜਿਹੜੇ ਡੇਰੇਦਾਰ ਦੇ ਇਹੋ ਜਿਹੇ ਪੈਰੋਕਾਰ ਲੋਕ ਇਹੋ ਜਿਹਾ ਕੰਮ ਕਰਦੇ ਆ, ਭਾਈਦਿਆਂ ਨੂੰ ਵਾਹਣ ਇੱਕੋ ਜਿਹਾ। ਹੁਣ ਜੇ ਤੁਸੀਂ ਇਸ ਰਾਹ ਪੈ ਜੇ ਤੇ ਆਪਣੇ ਬਾਬਿਆਂ ਨੂੰ ਜ਼ਰੂਰ ਪੁੱਛ ਲਿਓ ਵੀ ਕੱਲ ਨੂੰ ਤੁਹਾਡੇ ਮਗਰ ਆਉਣ ਲਈ ਤਿਆਰ ਹੋਣਗੇ ਵੀ ਜੀ ਇਦਾਂ ਦਾ ਤੁਸੀਂ, ਕਿਉਂਕਿ ਇਹ ਗੱਲ ਪੱਕੀ ਵੀ ਸਾਨੂੰ ਕੋਈ ਵੀ ਪਛਤਾਵਾ ਨਹੀਂ ਹੁੰਦਾ। ਅਸੀਂ ਆਪਣੀ ਗੱਲ ਤੇ ਅੱਜ ਵੀ ਅੜੇ ਆ, ਜਿਹੜੀ ਗੱਲ ਗੁਰੂ ਦੇ ਸਿਧਾਂਤ ਦੀ ਆ ਪਹਿਲਾਂ ਵੀ ਉਂਝ ਕਹਿੰਦੇ ਆ ਤੇ ਹੁਣ ਅੱਗੇ ਵੀ ਕਹਿੰਦੇ ਰਹਿਣਾ। ਕਿਉਂਕਿ ਸਾਡਾ ਜਿਹੜਾ ਮਿਸ਼ਨਰੀ ਕਾਲਜਾਂ ਦਾ ਇੱਕ ਮਿਸ਼ਨ ਵਾ ਵੀ ਅਸੀਂ ਗੁਰਬਾਣੀ ਦੇ ਸਿਧਾਂਤ ਦੀ ਗੱਲ ਕਰਦੇ ਆ ਤੇ ਸਾਨੂੰ ਪੱਕਾ ਪਤਾ ਵੀ ਦੇਹਧਾਰੀ ਜਿਹੜਾ ਗੁਰੂ ਡੰਬ ਆ ਉਹਨਾਂ ਨੂੰ ਇਹ ਗੱਲ ਪੱਕੀ ਚੁੱਭਦੀ ਆ।